ਸਵਾਗਤ ਹੈ ਜੀ ਇੱਕ ਹੋਰ ਕਹਾਣੀ ਵਿੱਚ। ਮੇਰੀ ਮਾਂ ਅੰਨੀ ਸੀ। ਜਦੋਂ ਵੀ ਮੈਂ ਘਰ ਆਉਂਦਾ ਤਾਂ ਮਾਂ ਕਹਿੰਦੀ, ਬੇਟਾ ਦੁਬਾਰਾ ਆ ਗਏ, ਅਜੇ ਕੁਝ ਦਿਨ ਪਹਿਲਾਂ ਤਾਂ ਆਏ ਸੀ। ਮੈਨੂੰ ਲੱਗਦਾ ਪਤਾ ਨਹੀਂ ਮੇਰੀ ਮਾਂ ਨੂੰ ਕੀ ਹੋ ਗਿਆ ਹੈ। ਇੱਕ ਦਿਨ ਮੈਂ ਘਰ ਜਲਦੀ ਆ ਗਿਆ ਤੇ ਜੋ ਮੈਂ ਦੇਖਿਆ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਪਤਨੀ ਕਿਸੇ ਨਾਲ। ਮੈਂ ਰੋਜ਼ ਦੀ ਤਰ੍ਹਾਂ ਸ਼ਾਮ ਨੂੰ 6 ਵਜੇ ਘਰ ਵਾਪਸ ਆਇਆ। ਘਰ ਆਉਂਦਿਆਂ ਹੀ ਮੈਂ ਮਾਂ ਨੂੰ ਉੱਚੀ ਆਵਾਜ਼ ਵਿੱਚ ਬੁਲਾਇਆ। ਮੇਰੀ ਮਾਂ ਮੰਜੇ ਤੇ ਸੁੱਤੀ ਪਈ ਸੀ। ਮੇਰੀ ਆਵਾਜ਼ ਸੁਣ ਕੇ ਤੁਰੰਤ ਉੱਠ ਬੈਠੀ। ਉਸਦੇ ਚਿਹਰੇ ਦੇ ਭਾਵ ਦੇਖ ਕੇ ਮੈਂ ਫਿਕਰਮੰਦ ਹੋ ਗਿਆ ਤੇ ਮੈਂ ਉਸਦੇ ਕੋਲ ਜਾ ਕੇ ਬੈਠ ਗਿਆ। ਮੇਰੀ ਮਾਂ ਅੰਨੀ ਸੀ, ਇਸ ਲਈ ਮੇਰੇ ਚਿਹਰੇ ਨੂੰ ਛੂਹ ਕੇ ਮਹਿਸੂਸ ਕਰਨ ਲੱਗੀ। ਮੈਨੂੰ ਉਹ ਪਹਿਲਾਂ ਨਾਲੋਂ ਕਮਜ਼ੋਰ ਲੱਗ ਰਹੀ ਸੀ। ਫਿਰ ਕਹਿਣ ਲੱਗੀ, ਬੇਟਾ ਸਭ ਠੀਕ ਤਾਂ ਹੈ? ਤੂੰ ਅੱਜ ਜਲਦੀ ਵਾਪਸ ਆ ਗਿਆ, ਕੁਝ ਭੁੱਲ ਗਿਆ ਹੈ? ਮਾਂ ਦੀ ਗੱਲ ਸੁਣ ਕੇ ਮੈਂ ਉਸ ਵੱਲ ਹੈਰਾਨੀ ਨਾਲ ਵੇਖਣ ਲੱਗਾ। ਮੈਂ ਤਾਂ ਸਵੇਰੇ 9 ਵਜੇ ਦਾ ਦਫ਼ਤਰ ਗਿਆ, ਹੁਣ ਵਾਪਸ ਆਇਆ ਸੀ। ਮੈਂ ਮਾਂ ਦੇ ਕੋਲ ਗਿਆ ਤੇ ਉਸਦੇ ਮੱਥੇ ਨੂੰ ਚੁੰਮ ਕੇ ਕਿਹਾ, ਮੈਂ ਤਾਂ ਸਵੇਰ ਦਾ ਗਿਆ ਹੋਇਆ, ਹੁਣ ਵਾਪਸ ਆਇਆ ਹਾਂ। ਮੇਰੀ ਗੱਲ ਸੁਣ ਕੇ ਉਹ ਹੈਰਾਨ ਹੋ ਗਈ ਤੇ ਬੋਲੀ, ਨਹੀਂ ਬੇਟਾ, ਹੁਣੇ ਅੱਧਾ ਘੰਟਾ ਪਹਿਲਾਂ ਤੂੰ ਮੇਰੇ ਕੋਲ ਬਹਿ ਕੇ ਗੱਲਾਂ ਕਰ ਰਿਹਾ ਸੀ ਤੇ ਫਿਰ ਪਲਵੀ ਨਾਲ ਗੱਲ ਕਰਕੇ ਤੂੰ ਕਿਸੇ ਕੰਮ ਲਈ ਬਾਹਰ ਚਲਾ ਗਿਆ ਸੀ। ਮਾਂ ਦੀ ਗੱਲ ਸੁਣ ਕੇ ਮੈਂ ਹੈਰਾਨੀ ਨਾਲ ਮਾਂ ਨੂੰ ਦੇਖਣ ਲੱਗਾ। ਆਖਿਰ ਉਹ ਕਹਿਣਾ ਕੀ ਚਾਹੁੰਦੀ ਸੀ? ਫਿਰ ਮੇਰੀ ਪਤਨੀ ਰਸੋਈ 'ਚੋਂ ਖਾਣਾ ਲੈ ਕੇ ਬਾਹਰ ਆ ਗਈ ਤੇ ਦੁਖੀ ਹੋ ਕੇ ਕਹਿਣ ਲੱਗੀ, ਸਮੀਰ ਤੁਸੀਂ ਹੀ ਸਮਝਾਓ ਮਾਂ ਨੂੰ, ਮੇਰੀ ਤਾਂ ਇਹ ਗੱਲ ਹੀ ਨਹੀਂ ਸੁਣਦੀ। ਮੈਂ ਤੀਜੀ ਵਾਰ ਇਹਨਾਂ ਦੀ ਪਸੰਦ ਦਾ ਖਾਣਾ ਬਣਾ ਕੇ ਲਿਆਈ ਹਾਂ, ਪਰ ਇਹ ਵਾਰ-ਵਾਰ ਭੁੱਲ ਜਾਂਦੀ ਹੈ ਤੇ ਕਹਿੰਦੀ ਹੈ, ਤੂੰ ਕਦੋਂ ਮੈਨੂੰ ਖਾਣੇ ਦੇ ਲਈ ਪੁੱਛਿਆ? ਉਹ ਤਾਂ ਸਮੀਰ ਹੀ ਮੈਨੂੰ ਖਾਣੇ ਦੇ ਲਈ ਪੁੱਛਦਾ ਹੈ, ਜਦ ਕਿ ਤੁਸੀਂ ਤਾਂ ਹੁਣ ਆਏ ਹੋ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਮਾਂ ਨੂੰ ਸਮਝਾਇਆ ਕਿ ਤੁਸੀਂ ਸਮੇਂ ਸਿਰ ਖਾਣਾ ਤੇ ਦਵਾਈ ਕਿਉਂ ਨਹੀਂ ਖਾਧੀ। ਇੰਨੀ ਵਧੀਆ ਖਿਆਲ ਰੱਖਣ ਵਾਲੀ ਨੂੰਹ ਤੁਹਾਨੂੰ ਮਿਲੀ ਹੈ, ਇਸ ਦੇ ਬਾਵਜੂਦ ਵੀ ਤੁਸੀਂ ਆਪਣਾ ਖਿਆਲ ਨਹੀਂ ਰੱਖਦੇ। ਮੇਰੀ ਮਾਂ ਜ਼ਿਆਦਾ ਉਮਰ ਦੀ ਹੋ ਗਈ ਸੀ, ਇਸ ਲਈ ਉਸਨੂੰ ਭੁੱਲਣ ਦੀ ਆਦਤ ਹੋ ਗਈ ਸੀ। ਮੇਰੀ ਮਾਂ ਕੁਝ ਦੇਰ ਦੇ ਲਈ ਚੁੱਪ ਹੋ ਗਈ ਤੇ ਫਿਰ ਕਹਿਣ ਲੱਗੀ, ਮੇਰਾ ਮਨ ਤੇਰੇ ਹੱਥੋਂ ਖਾਣਾ ਖਾਣ ਨੂੰ ਕਰ ਰਿਹਾ ਹੈ, ਸ਼ਾਇਦ ਇਸ ਲਈ ਮੈਂ ਨੂੰਹ ਨੂੰ ਮਨਾ ਕਰ ਦਿੱਤਾ ਹੋਵੇਗਾ। ਮੈਨੂੰ ਕੁਝ ਯਾਦ ਨਹੀਂ ਹੈ। ਮਾਂ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਤੇ ਉਸਨੂੰ ਖਾਣਾ ਖਵਾਉਣ ਲੱਗਾ। ਮੇਰੀ ਮਾਂ ਕੁਝ ਵੀ ਦੇਖ ਨਹੀਂ ਸਕਦੀ ਸੀ, ਪਰ ਮਹਿਸੂਸ ਸਭ ਕਰ ਲੈਂਦੀ ਸੀ। ਮੇਰੇ ਦਿਮਾਗ ਵਿੱਚ ਮਾਂ ਦੀਆਂ ਕਹੀਆਂ ਹੋਈਆਂ ਉਹੀ ਗੱਲਾਂ ਘੁੰਮ ਰਹੀਆਂ ਸਨ, ਕਿਉਂਕਿ ਅੱਜ ਇਹ ਤੀਜੀ ਵਾਰ ਸੀ ਕਿ ਮਾਂ ਨੇ ਮੈਨੂੰ ਇਸ ਤਰ੍ਹਾਂ ਕਿਹਾ ਸੀ। ਇਸ ਤੋਂ ਪਹਿਲਾਂ ਵੀ ਇੰਜ ਹੋ ਚੁੱਕਾ ਸੀ। ਮੈਨੂੰ ਸੋਚ 'ਚ ਡੁੱਬਿਆ ਦੇਖ ਕੇ ਮੇਰੀ ਪਤਨੀ ਪੁੱਛਣ ਲੱਗੀ ਤਾਂ ਮੈਂ ਉਸ ਨੂੰ ਮਾਂ ਦੇ ਬਾਰੇ ਦੱਸਿਆ। ਉਹ ਅੱਖਾਂ ਝੁਕਾ ਕੇ ਤੇ ਲੰਬਾ ਸਾਹ ਲੈ ਕੇ ਬੋਲੀ, ਸਮੀਰ ਤੁਹਾਡੇ ਆਉਣ ਤੋਂ ਪਹਿਲਾਂ ਮਾਂ ਸੁੱਤੀ ਪਈ ਸੀ। ਮਾਂ ਜ਼ਿਆਦਾ ਉਮਰ ਦੀ ਹੋ ਗਈ ਹੈ। ਮਾਂ ਨੇ ਜੋ ਸੁਪਨੇ ਵਿੱਚ ਦੇਖਿਆ ਹੋਵੇਗਾ ਉਹੀ ਹਕੀਕਤ ਸਮਝ ਕੇ ਦੱਸ ਰਹੀ ਹੈ, ਕਿਉਂਕਿ ਉਹ ਖੁਦ ਹੀ ਕਹਿ ਰਹੀ ਹੈ ਕਿ ਮੈਨੂੰ ਯਾਦ ਨਹੀਂ ਕਿ ਮੈਂ ਉਸਨੂੰ ਖਾਣੇ ਦੇ ਲਈ ਪੁੱਛਿਆ ਹੈ। ਆਪਣੀ ਪਤਨੀ ਦੀ ਗੱਲ ਸੁਣ ਕੇ ਮੈਂ ਸਿਰ ਹਿਲਾ ਦਿੱਤਾ। ਅਗਲੇ ਦਿਨ ਜਦੋਂ ਮੈਂ ਕੰਮ ਤੋਂ ਘਰ ਵਾਪਸ ਆਇਆ ਤਾਂ ਵੇਖਿਆ ਮੇਰੀ ਮਾਂ ਛੱਤ ਤੇ ਪੌੜੀਆਂ ਦੇ ਕੋਲ ਖੜੀ ਮੈਨੂੰ ਆਵਾਜ਼ਾਂ ਦੇ ਰਹੀ ਸੀ, ਸਮੀਰ ਬੇਟਾ, ਮੇਰੇ ਪੈਰਾਂ ਵਿੱਚ ਦਰਦ ਹੋਣ ਲੱਗ ਗਿਆ ਹੈ, ਹੋਰ ਕਿੰਨੀ ਦੇਰ ਮੈਨੂੰ ਇੱਥੇ ਖੜਨਾ ਪਵੇਗਾ? ਪਲਵੀ ਮੈਨੂੰ ਸਹਾਰਾ ਦੇ ਕੇ ਮੰਜੇ ਤੱਕ ਲੈ ਜਾ। ਪਤਾ ਨਹੀਂ ਸਮੀਰ ਕਿੱਥੇ ਚਲਾ ਗਿਆ ਹੈ, ਮੈਨੂੰ ਇਕੱਲੀ ਨੂੰ ਛੱਡ ਕੇ। ਮੈਂ ਇਹ ਸਭ ਦੇਖ ਕੇ ਘਬਰਾ ਗਿਆ। ਜੇਕਰ ਮਾਂ ਇੱਕ ਵੀ ਕਦਮ ਅੱਗੇ ਵਧਦੀ ਤਾਂ ਪੌੜੀਆਂ ਤੋਂ ਡਿੱਗ ਪੈਣਾ ਸੀ। ਮੈਂ ਤੁਰੰਤ ਭੱਜ ਕੇ ਉਹਨਾਂ ਦੇ ਕੋਲ ਗਿਆ ਤੇ ਉਹਨਾਂ ਨੂੰ ਉੱਥੋਂ ਪਾਸੇ ਕੀਤਾ, ਪਰ ਸਵਾਲ ਇਹ ਸੀ ਕਿ ਮਾਂ ਉੱਪਰ ਪਹੁੰਚੀ ਕਿਵੇਂ? ਪੌੜੀਆਂ ਉਤਰ ਕੇ ਮਾਂ ਮੈਨੂੰ ਧੱਕਾ ਦੇ ਕੇ ਬੋਲੀ, ਪਿਛਲੇ 1 ਘੰਟੇ ਤੋਂ ਮੈਂ ਇੱਥੇ ਖੜੀ ਹਾਂ, ਪਰ ਪਤਾ ਨਹੀਂ ਤੂੰ ਮੈਨੂੰ ਉੱਪਰ ਛੱਡ ਕੇ ਕਿੱਥੇ ਗਾਇਬ ਹੋ ਗਿਆ ਸੀ। ਨਾ ਹੀ ਪਲਵੀ ਮੇਰੀ ਆਵਾਜ਼ ਦਾ ਜਵਾਬ ਦਿੰਦੀ ਹੈ ਤੇ ਨਾ ਹੀ ਤੂੰ। ਮੈਂ ਮਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ। ਮੈਂ ਮਾਂ ਨੂੰ ਯਕੀਨ ਦਿਵਾਇਆ ਕਿ ਮੈਂ ਹੁਣੇ ਹੀ ਦਫ਼ਤਰ ਤੋਂ ਆਇਆ ਹਾਂ। ਮਾਂ ਦੀ ਹਾਲਤ ਵੇਖ ਕੇ ਮੈਨੂੰ ਫਿਕਰ ਹੋਣ ਲੱਗੀ। ਇੱਕ ਤਾਂ ਮਾਂ ਅੱਖਾਂ ਤੋਂ ਨਹੀਂ ਦੇਖ ਸਕਦੀ ਸੀ ਤੇ ਦੂਜਾ ਹੁਣ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਹੋ ਗਈ ਸੀ। ਮੈਨੂੰ ਹੁਣ ਇਹ ਡਰ ਸਤਾਉਣ ਲੱਗਾ, ਕਿਸੇ ਦਿਨ ਮਾਂ ਪੌੜੀਆਂ ਤੋਂ ਡਿੱਗ ਹੀ ਨਾ ਜਾਵੇ। ਮੇਰੀ ਪਰੇਸ਼ਾਨੀ ਦੇਖ ਕੇ ਮੇਰੀ ਪਤਨੀ ਵੀ ਪਰੇਸ਼ਾਨ ਹੋ ਗਈ ਤੇ ਫਿਰ ਮਾਂ ਨੂੰ ਉਸਦੇ ਕਮਰੇ ਵਿੱਚ ਛੱਡਣ ਚਲੀ ਗਈ ਤੇ ਕਹਿਣ ਲੱਗੀ, ਮਾਂ ਮੈਂ ਤਾਂ ਤੁਹਾਨੂੰ ਤੁਹਾਡੇ ਕਮਰੇ ਵਿੱਚ ਬਿਠਾ ਕੇ ਨਹਾਉਣ ਗਈ ਸੀ, ਫਿਰ ਤੁਸੀਂ ਉੱਪਰ ਕਿਵੇਂ ਚਲੇ ਗਏ? ਇਸ ਦਾ ਮਤਲਬ ਪਲਵੀ ਨੂੰ ਵੀ ਨਹੀਂ ਪਤਾ ਸੀ ਕਿ ਮਾਂ ਛੱਤ ਤੇ ਹੈ। ਮਾਂ ਕਹਿਣ ਲੱਗੀ, ਇਹ ਸਮੀਰ ਹੀ ਮੈਨੂੰ ਛੱਤ ਤੇ ਲੈ ਕੇ ਗਿਆ ਸੀ। ਪਲਵੀ ਮਾਂ ਨੂੰ ਕਮਰੇ ਵਿੱਚ ਛੱਡ ਕੇ ਮੈਨੂੰ ਕਹਿਣ ਲੱਗੀ, ਦੇਖ ਲਈ ਆਪਣੀ ਮਾਂ ਦੀ ਹਰਕਤ, ਰੱਬ ਨਾ ਕਰੇ ਜੇ ਉੱਪਰ ਤੋਂ ਡਿੱਗ ਜਾਂਦੀ ਤਾਂ ਮੇਰੇ ਸਿਰ ਇਲਜ਼ਾਮ ਆਉਣਾ ਸੀ ਕਿ ਮੈਂ ਮਾਂ ਦਾ ਖਿਆਲ ਨਹੀਂ ਰੱਖਿਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਮਾਂ ਦੀ ਇਸ
ਬਿਮਾਰੀ ਦਾ ਕੀ ਇਲਾਜ ਕਰਾਂ। ਮੈਂ ਕਈ ਡਾਕਟਰਾਂ ਨੂੰ ਵੀ ਦਿਖਾਇਆ, ਪਰ ਉਹ ਕਹਿੰਦੇ ਜ਼ਿਆਦਾ ਉਮਰ ਦੀ ਵਜ੍ਹਾ ਕਰਕੇ ਹੈ। ਮੇਰੀ ਪਤਨੀ ਕਹਿੰਦੀ ਤੁਸੀਂ ਜ਼ਿਆਦਾ ਨਾ ਸੋਚੋ, ਮਾਂ ਨੂੰ ਕੁਝ ਦਿਖਾਈ ਤਾਂ ਦਿੰਦਾ ਨਹੀਂ, ਤੇ ਹੁਣ ਉਮਰ ਦੇ ਨਾਲ ਨਾਲ ਉਹਨਾਂ ਨੂੰ ਭੁੱਲਣ ਦੀ ਬਿਮਾਰੀ ਵੀ ਹੋ ਗਈ ਹੈ, ਤਾਂ ਹੀ ਉਹ ਇਸ ਤਰ੍ਹਾਂ ਕਹਿ ਰਹੀ ਹੈ। ਪਲਵੀ ਦੀ ਗੱਲ ਸਹੀ ਸੀ। ਮੈਂ ਆਪਣੀ ਮਾਂ ਨੂੰ ਖਾਣਾ ਖਵਾਇਆ ਤੇ ਦਵਾਈ ਦੇ ਕੇ ਸਵਾ ਦਿੱਤਾ। ਮੈਂ ਇਸੇ ਉਲਝਣ ਵਿੱਚ ਸੀ ਕਿ ਮਾਂ ਉੱਠ ਕੇ ਕਹਿਣ ਲੱਗੀ, ਬੇਟਾ ਮੈਨੂੰ ਦਵਾਈ ਦੇ ਦਿਓ, ਸਵੇਰ ਦੀ ਨਹੀਂ ਲਈ। ਮੈਂ ਮਾਂ ਦੀ ਗੱਲ ਸੁਣ ਕੇ ਚੁੱਪ ਕਰ ਗਿਆ ਤੇ ਇੱਕ ਲੰਬਾ ਸਾਹ ਲਿਆ, ਕਿਉਂਕਿ ਮਾਂ ਨੂੰ ਭੁੱਲਣ ਦੀ ਬਿਮਾਰੀ ਹੋ ਗਈ ਸੀ। ਮੈਂ ਹੁਣੇ ਹੀ ਮਾਂ ਨੂੰ ਦਵਾਈ ਦਿੱਤੀ ਸੀ। ਕੁਝ ਦੇਰ ਬਾਅਦ ਮੈਂ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਮੇਰੀ ਨਜ਼ਰ ਇੱਕ ਅਜੀਬ ਚੀਜ਼ ਤੇ ਪਈ। ਮੈਂ ਤੁਰੰਤ ਬੈੱਡ ਤੋਂ ਉੱਠ ਕੇ ਡਰੈਸਿੰਗ ਟੇਬਲ ਕੋਲ ਗਿਆ, ਜਿਸ ਦੀ ਦਰਾਜ਼ ਵਿੱਚੋਂ ਮੇਰਾ ਮਨਪਸੰਦ ਪਰਫਿਊਮ ਪਿਆ ਸੀ। ਮੈਨੂੰ ਆਦਤ ਸੀ ਮੈਂ ਇੱਕ ਹੀ ਖੁਸ਼ਬੂ ਵਾਲਾ ਪਰਫਿਊਮ ਵਰਤਦਾ ਸੀ। ਮੇਰੇ ਕੋਲ ਅਜਿਹੇ ਕਈ ਪਰਫਿਊਮ ਸੀ, ਪਰ ਇਹ ਮਾਂ ਦੇ ਕਮਰੇ ਵਿੱਚ ਕਿਵੇਂ ਆਇਆ? ਮੈਂ ਉਸ ਸ਼ੀਸ਼ੀ ਨੂੰ ਉਠਾਇਆ ਤੇ ਆਪਣੇ ਕਮਰੇ ਵਿੱਚ ਲੈ ਗਿਆ। 2 ਦਿਨ ਇਸੇ ਤਰ੍ਹਾਂ ਹੀ ਬੀਤ ਗਏ। ਤੀਜੇ ਦਿਨ ਮੇਰਾ ਕੰਮ ਜਲਦੀ ਖਤਮ ਹੋ ਗਿਆ ਸੀ। ਮੈਂ ਖੁਸ਼ੀ-ਖੁਸ਼ੀ ਘਰ ਨੂੰ ਚੱਲ ਪਿਆ। ਮੈਂ ਪਲਵੀ ਦੇ ਨਾਲ ਬਹੁਤ ਘੱਟ ਬਾਹਰ ਜਾਂਦਾ ਸੀ। ਮੇਰੀ ਪਤਨੀ ਬਹੁਤ ਵਧੀਆ ਸੀ। ਉਸਨੇ ਅੱਜ ਤੱਕ ਮੈਨੂੰ ਕਦੇ ਸ਼ਿਕਾਇਤ ਨਹੀਂ ਕੀਤੀ ਸੀ ਕਿ ਮੈਂ ਉਸਨੂੰ ਬਾਹਰ ਕਿਤੇ ਘੁਮਾਉਣ ਨਹੀਂ ਲੈ ਕੇ ਜਾਂਦਾ। ਮੈਂ ਘਰ ਆਉਂਦੇ ਸਮੇਂ ਪਲਵੀ ਲਈ ਕੁਝ ਗਿਫਟ ਲੈ ਕੇ ਆਇਆ। ਅਜੇ ਮੈਂ ਘਰ ਦੇ ਅੰਦਰ ਕਦਮ ਰੱਖਿਆ ਹੀ ਸੀ ਕਿ ਕੁਝ ਆਵਾਜ਼ਾਂ ਆਉਣ ਲੱਗੀਆਂ, ਜਿਨ੍ਹਾਂ ਨੂੰ ਸੁਣ ਕੇ ਮੈਂ ਉੱਥੇ ਹੀ ਰੁਕ ਗਿਆ। ਮੈਨੂੰ ਮਾਂ ਦਾ ਇਹ ਵਿਵਹਾਰ ਵਧੀਆ ਨਹੀਂ ਲੱਗਾ। ਉਹ ਪਲਵੀ ਨੂੰ ਬੁਰਾ ਭਲਾ ਕਹਿ ਰਹੀ ਸੀ, ਜਦਕਿ ਪਲਵੀ ਸਿਰ ਝੁਕਾ ਕੇ ਮਾਂ ਦੇ ਸਾਹਮਣੇ ਖੜੀ ਸੀ। ਮੈਂ ਅੰਦਰ ਗਿਆ ਤਾਂ ਮੇਰੇ ਆਉਣ ਦੀ ਆਵਾਜ਼ ਸੁਣ ਕੇ ਉਹ ਚੁੱਪ ਹੋ ਗਈ ਤੇ ਰੋਣ ਲੱਗੀ। ਰੋਂਦੀ ਹੋਈ ਕਹਿਣ ਲੱਗੀ, ਤੇਰੀ ਪਤਨੀ ਨੇ ਮੇਰਾ ਹੱਥ ਸਾੜ ਦਿੱਤਾ ਹੈ। ਮੈਂ ਸਿਰਫ ਇਸ ਨੂੰ ਇੰਨਾ ਹੀ ਕਿਹਾ ਸੀ ਕਿ ਮੈਨੂੰ ਭੁੱਖ ਲੱਗੀ ਹੈ, ਮੈਨੂੰ ਕੁਝ ਖਾਣ ਲਈ ਦੇ ਦਿਓ, ਪਰ ਇਸਨੇ ਮੇਰਾ ਹੱਥ ਗਰਮ ਪ੍ਰੈਸ ਤੇ ਲਾ ਦਿੱਤਾ। ਮਾਂ ਰੋ ਰਹੀ ਸੀ, ਪਰ ਮੇਰੇ ਤੇ ਉਹਨਾਂ ਦੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੋਇਆ। ਮੈਨੂੰ ਮਾਂ ਤੋਂ ਇਹ ਉਮੀਦ ਨਹੀਂ ਸੀ। ਅੱਧਾ ਖਾਧਾ ਹੋਇਆ ਖਾਣਾ ਉਹਨਾਂ ਦੇ ਕੋਲ ਪਿਆ ਸੀ ਤੇ ਕੁਝ ਖਾਣਾ ਉਹਨਾਂ ਦੇ ਕੱਪੜਿਆਂ ਤੇ ਲੱਗਾ ਹੋਇਆ ਸੀ। ਰਹੀ ਗੱਲ ਹੱਥਾਂ ਦੀ, ਤਾਂ ਉਸਦੇ ਹੱਥ ਲਾਲ ਸੀ, ਸੜੇ ਨਹੀਂ ਸੀ। ਪਲਵੀ ਸਿਰ ਝੁਕਾ ਕੇ ਰੋ ਰਹੀ ਸੀ ਤੇ ਫਿਰ ਰੋਂਦੀ ਰੋਂਦੀ ਬੋਲੀ, ਦੇਖ ਲਿਆ ਸਮੀਰ, ਮੈਂ ਤੁਹਾਡੀ ਮਾਂ ਦੀ ਹਰ ਤਰ੍ਹਾਂ ਸੇਵਾ ਕੀਤੀ, ਨਹੀਂ ਤਾਂ ਕਿਹੜੀ ਨੂੰਹ ਆਪਣੀ ਅੰਨੀ ਤੇ ਭੁਲੱਕੜ ਸੱਸ ਦੀ ਇੰਨੀ ਦੇਖਭਾਲ ਕਰਦੀ ਹੈ। ਇਸ ਉਮਰ ਵਿੱਚ ਇਸ ਨੂੰ ਰੱਬ ਨੂੰ ਯਾਦ ਕਰਨਾ ਚਾਹੀਦਾ ਹੈ, ਪਰ ਇਹ ਜਾਣ ਬੁੱਝ ਕੇ ਤੁਹਾਨੂੰ ਮੇਰੇ ਖਿਲਾਫ ਕਰਨ ਲੱਗੀ ਹੋਈ ਹੈ। ਪਲਵੀ ਦੀ ਗੱਲ ਸੁਣ ਕੇ ਮੇਰੀ ਮਾਂ ਦਾ ਰੰਗ ਉੱਡ ਗਿਆ ਤੇ ਫਿਰ ਗੱਲਾਂ ਨੂੰ ਘੁਮਾਉਣ ਲੱਗੀ, ਪਰ ਮੈਂ ਬਿਨਾਂ ਕੁਝ ਸੁਣੇ ਆਪਣੇ ਕਮਰੇ ਵਿੱਚ ਆ ਗਿਆ। ਮੇਰਾ ਸਾਰਾ ਪਲਾਨ ਤੇ ਮੂਡ ਵਿਗੜ ਗਿਆ ਸੀ। ਮੇਰੇ ਮਨ ਵਿੱਚ ਹੁਣ ਆਪਣੀ ਮਾਂ ਦੇ ਲਈ ਸ਼ੱਕ ਵਧਣ ਲੱਗਾ ਸੀ। ਮੈਂ ਅੱਖਾਂ ਨਾਲ ਦੇਖੇ ਹੋਏ ਨੂੰ ਕਿਵੇਂ ਝੂਠ ਕਹਿ ਸਕਦਾ ਸੀ। ਮੈਂ ਪਲਵੀ ਤੋਂ ਮਾਂ ਦੇ ਇਸ ਵਿਵਹਾਰ ਕਰਕੇ ਮਾਫੀ ਮੰਗੀ, ਪਰ ਉਹ ਕਹਿਣ ਲੱਗੀ, ਕੋਈ ਗੱਲ ਨਹੀਂ, ਉਹ ਵੱਡੀ ਹੈ, ਉਮਰ ਦੇ ਇਸ ਪੜਾਅ ਵਿੱਚ ਇਸ ਤਰ੍ਹਾਂ ਹੋ ਜਾਂਦਾ ਹੈ। ਉਸ ਦਾ ਇੰਨਾ ਵੱਡਾ ਦਿਲ ਦੇਖ ਕੇ ਮੇਰੇ ਦਿਲ ਵਿੱਚ ਪਲਵੀ ਲਈ ਪਿਆਰ ਹੋਰ ਵੀ ਵੱਧ ਗਿਆ। ਪਰ ਫਿਰ ਉਹ ਉਦਾਸ ਹੋ ਕੇ ਬੋਲੀ, ਸਮੀਰ, ਮੇਰੇ ਨਾਲ ਵਾਅਦਾ ਕਰੋ, ਕਦੀ ਮਾਂ ਦੀਆਂ ਗੱਲਾਂ ਵਿੱਚ ਆ ਕੇ ਮੇਰੇ ਨਾਲ ਨਾਰਾਜ਼ ਨਹੀਂ ਹੋਵੋਗੇ। ਮੈਂ ਪਲਵੀ ਨੂੰ ਬਹੁਤ ਪਿਆਰ ਕਰਦਾ ਸੀ। ਅਜਿਹਾ ਕਿਵੇਂ ਹੋ ਸਕਦਾ ਸੀ? ਮੈਂ ਕਿਸੇ ਦੀਆਂ ਵੀ ਗੱਲਾਂ 'ਚ ਆ ਕੇ ਉਸ ਤੋਂ ਦੂਰ ਨਹੀਂ ਹੋ ਸਕਦਾ ਸੀ। ਮੈਂ ਉਸ ਨੂੰ ਯਕੀਨ ਦਿਵਾਇਆ ਕਿ ਅਜਿਹਾ ਕਦੀ ਨਹੀਂ ਹੋਵੇਗਾ। ਮੈਂ ਹੁਣ ਮਾਂ ਨਾਲ ਬਹੁਤ ਘੱਟ ਗੱਲ ਕਰਦਾ ਸੀ। ਸਵੇਰੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਮਿਲ ਕੇ ਚਲਾ ਜਾਂਦਾ ਤੇ ਰਾਤ ਨੂੰ ਆ ਕੇ ਥੋੜੀ ਜਿਹੀ ਗੱਲ ਕਰਕੇ ਸੌਂ ਜਾਂਦਾ। ਪਰ ਉਸ ਦਾ ਵਿਵਹਾਰ ਅਜੇ ਵੀ ਪਹਿਲਾਂ ਵਰਗਾ ਸੀ, ਜੋ ਮੈਨੂੰ ਅਕਸਰ ਸੋਚਾਂ ਵਿੱਚ ਪਾ ਦਿੰਦਾ ਸੀ। ਇੱਕ ਦਿਨ ਸ਼ਾਮ ਨੂੰ ਜਦੋਂ ਮੈਂ ਕੰਮ ਤੋਂ ਵਾਪਸ ਆਇਆ ਤਾਂ ਮੇਰੀ ਮਾਂ ਕਹਿਣ ਲੱਗੀ, ਸਮੀਰ, ਇੰਨੀ ਜਲਦੀ ਮੁੰਬਈ ਤੋਂ ਵਾਪਸ ਆ ਗਏ? ਮੈਂ ਮਾਂ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਤੇ ਫਿਰ ਮੁਸਕਰਾ ਕੇ ਬੋਲਿਆ, ਅੱਜ ਫਿਰ ਤੁਸੀਂ ਸੁਪਨਾ ਦੇਖ ਲਿਆ ਹੈ? ਮੇਰੇ ਸਵਾਲ ਤੇ ਉਹ ਚੁੱਪ ਹੋ ਗਈ ਤੇ ਫਿਰ ਕੁਝ ਸੋਚ ਕੇ ਬੋਲੀ, ਨਹੀਂ ਬੇਟਾ, ਸੁਪਨਾ ਨਹੀਂ ਹੈ। ਤੁਸੀਂ ਮੇਰੇ ਸਾਹਮਣੇ ਬੈਠੇ ਪਲਵੀ ਨਾਲ ਗੱਲ ਕਰ ਰਹੇ ਸੀ ਕਿ ਅੱਜ ਰਾਤ ਮੁੰਬਈ ਜਾ ਰਹੇ ਹੋ। ਜਿਵੇਂ ਹੀ ਵਾਪਸ ਆਓਗੇ ਤਾਂ ਪਲਵੀ ਨੂੰ ਕਿਤੇ ਘੁਮਾਉਣ ਲੈ ਕੇ ਜਾਓਗੇ। ਮਾਂ ਦੀ ਗੱਲ ਸੁਣ ਕੇ ਮੈਂ ਸੋਚਣ ਲੱਗਾ, ਇਹ ਸੁਪਨਾ ਸੀ ਜਾਂ ਹਕੀਕਤ। ਮੈਂ ਤਾਂ ਅਜਿਹਾ ਕੁਝ ਨਹੀਂ ਕਿਹਾ ਸੀ। ਮੈਂ ਨਾ ਚਾਹੁੰਦੇ ਹੋਏ ਵੀ ਮਾਂ ਦੇ ਕੋਲ ਜਾ ਕੇ ਬੈਠ ਗਿਆ ਤੇ ਹੱਸ ਕੇ ਕਿਹਾ, ਹੋਰ ਕੀ ਸੀ ਮਾਂ? ਮਾਂ ਵੀ ਹੱਸਦੀ ਹੋਈ ਬੋਲੀ, ਮੈਨੇ ਨਾ ਮਾਰ ਬੇਟਾ, ਜਾ ਕੇ ਆਰਾਮ ਕਰ। ਮੈਂ ਜਾਣਦੀ ਹਾਂ ਤੁਸੀਂ ਮੇਰੇ ਤੇ ਯਕੀਨ ਨਹੀਂ ਕਰੋਗੇ, ਪਰ ਮੇਰਾ ਮਜ਼ਾਕ ਨਾ ਉਡਾ। ਆਖਿਰ ਮਾਂ ਹਾਂ ਤੇਰੀ। ਮਾਂ ਦੀਆਂ ਗੱਲਾਂ ਮੇਰੇ ਦਿਲ ਤੇ ਤੀਰ ਦੀ ਤਰ੍ਹਾਂ ਲੱਗੀਆਂ। ਮੈਂ ਕੁਝ ਕਹਿਣਾ ਚਾਹੁੰਦਾ ਸੀ, ਪਰ ਕੁਝ ਕਹਿ ਨਾ ਸਕਿਆ।
ਮੈਂ ਬਿਨਾਂ ਕੁਝ ਬੋਲੇ ਹੀ ਆਪਣੇ ਕਮਰੇ ਵਿੱਚ ਚਲਾ ਗਿਆ। ਮੇਰੇ ਦਿਮਾਗ ਵਿੱਚ ਕਈ ਗੱਲਾਂ ਘੁੰਮਣ ਲੱਗੀਆਂ। ਮੈਂ ਹੁਣ ਤੱਕ ਕਹਾਣੀ ਨੂੰ ਇੱਕ ਪਾਸਿਓਂ ਦੇਖ ਰਿਹਾ ਸੀ। ਮੈਨੂੰ ਕਹਾਣੀ ਦੇ ਦੂਜੇ ਪਾਸਿਓਂ ਵੀ ਪਰਦਾ ਹਟਾਉਣਾ ਚਾਹੀਦਾ ਸੀ। ਮੈਂ ਅਜੇ ਇਹਨਾਂ ਸੋਚਾਂ ਵਿੱਚ ਹੀ ਗੁੰਮ ਸੀ। ਇੱਕ ਹੀ ਇਨਸਾਨ ਨੂੰ ਰੋਜ਼ ਇੱਕੋ ਜਿਹਾ ਸੁਪਨਾ ਕਿਵੇਂ ਆ ਸਕਦਾ ਹੈ? ਕੁਝ ਤਾਂ ਗੜਬੜ ਜ਼ਰੂਰ ਹੈ। ਮੇਰੀ ਮਾਂ ਮੇਰੇ ਵਿਆਹ ਤੋਂ ਪਹਿਲਾਂ ਕਦੇ ਵੀ ਅਜਿਹੀਆਂ ਗੱਲਾਂ ਨਹੀਂ ਕਰਦੀ ਸੀ। ਫਿਰ ਅਗਲੇ 2 ਦਿਨ ਇਸੇ ਤਰ੍ਹਾਂ ਹੀ ਬੀਤ ਗਏ। ਤੀਜੇ ਦਿਨ ਜਦੋਂ ਮੈਂ ਘਰੋਂ ਕੰਮ ਤੇ ਗਿਆ ਤਾਂ ਮੇਰੇ ਤੇ ਕੁਝ ਚੋਰਾਂ ਨੇ ਹਮਲਾ ਕਰ ਦਿੱਤਾ। ਉਹ ਮੈਨੂੰ ਡਰਾ ਧਮਕਾ ਕੇ ਪੈਸੇ ਤੇ ਮੋਬਾਈਲ ਖੋਹ ਕੇ ਲੈ ਗਏ। ਮੈਂ ਪੂਰੀ ਤਰ੍ਹਾਂ ਡਰ ਗਿਆ ਸੀ। ਮੈਂ ਸ਼ਾਮ ਨੂੰ ਉਦਾਸ ਹੋ ਕੇ ਘਰ ਆ ਗਿਆ। ਮਾਂ ਸਾਹਮਣੇ ਮੰਜੇ ਤੇ ਪਈ ਸੀ। ਪੈਰਾਂ ਦੀ ਆਵਾਜ਼ ਸੁਣ ਕੇ ਉੱਠ ਕੇ ਬੈਠ ਗਈ ਤੇ ਕਹਿਣ ਲੱਗੀ, ਕੌਣ ਹੈ? ਸਮੀਰ, ਇਹ ਤੂੰ ਹੈ ਨਾ? ਬੇਟਾ, ਤੂੰ ਵਾਪਸ ਕਿਉਂ ਆ ਗਿਆ? ਮਾਂ ਦਾ ਉਹੀ ਸਵਾਲ ਮੇਰੇ ਦਿਮਾਗ ਨੂੰ ਖਰਾਬ ਕਰ ਚੁੱਕਾ ਸੀ। ਮੇਰਾ ਮਨ ਪਹਿਲਾਂ ਹੀ ਨੁਕਸਾਨ ਦੀ ਵਜ੍ਹਾ ਕਰਕੇ ਉਦਾਸ ਸੀ। ਮਾਂ ਦੇ ਇਸ ਸਵਾਲ ਤੇ ਮੈਨੂੰ ਬਹੁਤ ਗੁੱਸਾ ਆਇਆ। ਮੈਂ ਮੇਜ਼ ਤੇ ਪਈਆਂ ਹੋਈਆਂ ਸਾਰੀਆਂ ਚੀਜ਼ਾਂ ਨੂੰ ਹੇਠਾਂ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਗੁੱਸੇ ਨਾਲ ਆਪਣੇ ਸਿਰ ਦੇ ਵਾਲ ਪੁੱਟਣ ਲੱਗਾ ਤੇ ਫਿਰ ਮਾਂ ਦੇ ਸਾਹਮਣੇ ਹੱਥ ਜੋੜ ਕੇ ਬੋਲਿਆ, ਰੱਬ ਦਾ ਵਾਸਤਾ ਚੁੱਪ ਹੋ ਜਾਓ। ਮੈਂ ਤੰਗ ਹੋ ਗਿਆ ਹਾਂ ਤੁਹਾਡੇ ਇਹਨਾਂ ਸਵਾਲਾਂ ਤੋਂ। ਤੁਸੀਂ ਪੂਰੀ ਤਰ੍ਹਾਂ ਪਾਗਲ ਹੋ ਗਏ ਹੋ। ਤੁਹਾਨੂੰ ਹਰ ਸਮੇਂ ਹਰ ਜਗ੍ਹਾ ਮੈਂ ਹੀ ਨਜ਼ਰ ਆਉਂਦਾ ਹਾਂ। ਤੁਹਾਡੇ ਇਸ ਤਰ੍ਹਾਂ ਦੇ ਫਾਲਤੂ ਸਵਾਲਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਉਸ ਸਮੇਂ ਮੇਰੇ ਮੂੰਹ ਵਿੱਚ ਜੋ ਆਇਆ ਮੈਂ ਕਹਿ ਦਿੱਤਾ ਤੇ ਮਾਂ ਚੁੱਪਚਾਪ ਬੈਠੀ ਸੁਣਦੀ ਰਹੀ। ਫਿਰ ਪਲਵੀ ਮੇਰੀ ਆਵਾਜ਼ ਸੁਣ ਕੇ ਉੱਥੇ ਪਹੁੰਚ ਗਈ। ਮੈਨੂੰ ਗੁੱਸੇ ਵਿੱਚ ਦੇਖ ਕੇ ਕਹਿਣ ਲੱਗੀ, ਤੁਸੀਂ ਕਿਉਂ ਇਸ ਤਰ੍ਹਾਂ ਮਾਂ ਨਾਲ ਗੱਲ ਕਰ ਰਹੇ ਹੋ? ਤੁਸੀਂ ਜਾਣਦੇ ਤਾਂ ਹੋ ਮਾਂ ਬੁੱਢੀ ਹੋ ਗਈ ਹੈ। ਉਸ ਦਾ ਕੀ ਕਸੂਰ ਹੈ? ਮੈਂ ਕਿਹਾ, ਮੈਂ ਤੰਗ ਆ ਗਿਆ ਹਾਂ ਮਾਂ ਦੇ ਫਾਲਤੂ ਸਵਾਲਾਂ ਤੋਂ। ਫਿਰ ਪਲਵੀ ਮੈਨੂੰ ਕਮਰੇ 'ਚ ਲੈ ਗਈ ਸੀ। ਫਿਰ ਅਗਲੇ ਦਿਨ ਜਦੋਂ ਮੈਂ ਘਰ ਆਇਆ ਤਾਂ ਮੇਰੀ ਮਾਂ ਨੇ ਮੈਨੂੰ ਦੇਖ ਕੇ ਇਸ ਵਾਰ ਕੁਝ ਨਹੀਂ ਕਿਹਾ। ਸ਼ਾਇਦ ਉਹ ਮੇਰੇ ਕੱਲ ਦੇ ਰਵੱਈਏ ਨੂੰ ਯਾਦ ਕਰਕੇ ਚੁੱਪ ਰਹੀ ਸੀ। ਮੈਂ ਪਹਿਲੀ ਵਾਰ ਮਾਂ ਨਾਲ ਇਸ ਲਹਿਜੇ ਵਿੱਚ ਗੱਲ ਕੀਤੀ ਸੀ। ਜਦੋਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਮੈਂ ਉਸ ਤੋਂ ਮਾਫੀ ਮੰਗਣ ਲੱਗਾ। ਉਹਨਾਂ ਨੇ ਆਪਣੀ ਚੁੰਨੀ ਨਾਲ ਅੱਖਾਂ ਵਿੱਚੋਂ ਆਉਣ ਵਾਲੇ ਹੰਝੂ ਸਾਫ਼ ਕੀਤੇ ਤੇ ਕਿਹਾ, ਕੋਈ ਗੱਲ ਨਹੀਂ, ਤੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ, ਚੰਗੀ ਗੱਲ ਹੈ। ਮੇਰੇ ਦਿਲ ਵਿੱਚ ਅਜੀਬ ਜੀ ਬੇਚੈਨੀ ਹੋ ਰਹੀ ਸੀ। ਮੈਂ ਆਲੇ ਦੁਆਲੇ ਵੇਖਿਆ, ਮੇਰੀ ਪਤਨੀ ਕਿੱਥੇ ਸੀ? ਰਸੋਈ ਵੀ ਖਾਲੀ ਸੀ। ਮੈਂ ਉਸਨੂੰ ਕਈ ਵਾਰ ਆਵਾਜ਼ ਮਾਰੀ ਪਰ ਉਸਦਾ ਕੋਈ ਜਵਾਬ ਨਹੀਂ ਆਇਆ। ਮੈਨੂੰ ਹੈਰਾਨੀ ਹੋ ਰਹੀ ਸੀ ਜਦੋਂ ਮਾਂ ਕੰਧਾਂ ਦਾ ਸਹਾਰਾ ਲੈਂਦਿਆਂ ਹੋਇਆਂ ਮੇਰੇ ਕਮਰੇ ਵਿੱਚ ਆਈ ਤੇ ਬੋਲੀ, ਪੁੱਤਰ, ਪਲਵੀ ਤਾਂ ਆਪਣੇ ਪੇਕੇ ਘਰ ਚਲੀ ਗਈ ਹੈ। ਕੀ ਤੁਸੀਂ ਭੁੱਲ ਗਏ ਹੋ? ਥੋੜੀ ਦੇਰ ਪਹਿਲਾਂ ਤੁਸੀਂ ਆਪ ਤਾਂ ਉਸਨੂੰ ਲੈਣ ਆਏ ਸੀ। ਮਾਂ ਦੇ ਸ਼ਬਦ ਮੇਰੇ ਉੱਤੇ ਕਿਸੇ ਬੰਬ ਦੀ ਤਰ੍ਹਾਂ ਡਿੱਗੇ ਸੀ। ਮੈਂ ਮੋਬਾਈਲ ਫੋਨ ਕੱਢਿਆ ਤੇ ਪਲਵੀ ਨੂੰ ਕਾਲ ਮਿਲਾਈ। ਜਦੋਂ ਕਾਲ ਪਲਵੀ ਨੇ ਚੁੱਕੀ ਤਾਂ ਮੈਂ ਉਸਨੂੰ ਪੇਕਿਆਂ ਦੇ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਬੋਲੀ, ਮੇਰੀ ਮਾਂ ਦੀ ਤਬੀਅਤ ਬਹੁਤ ਖਰਾਬ ਸੀ, ਇਸ ਲਈ ਮੈਂ ਜਲਦੀ ਨਾਲ ਆਪਣੇ ਪੇਕਿਆਂ ਘਰ ਚਲੀ ਗਈ ਹਾਂ। ਹੁਣ ਉਹ 2-3 ਦਿਨ ਉੱਥੇ ਹੀ ਰਹੇਗੀ। ਉਸਦੇ ਉੱਥੇ ਰਹਿਣ ਦਾ ਮੈਨੂੰ ਕੋਈ ਇਤਰਾਜ਼ ਨਹੀਂ ਸੀ, ਪਰ ਮਾਂ ਦੀਆਂ ਕੁਝ ਗੱਲਾਂ ਮੇਰੇ ਦਿਮਾਗ ਵਿੱਚ ਘੁੰਮ ਰਹੀਆਂ ਸੀ। ਕੁਝ ਦਿਨ ਪਹਿਲਾਂ ਜੋ ਉਹਨਾਂ ਨੇ ਕਿਹਾ ਸੀ ਉਹ ਅੱਜ ਸੱਚ ਹੋਇਆ ਸੀ ਕਿ ਇਹ ਕੋਈ ਇਤਫਾਕ ਸੀ ਜਾਂ ਇਸ ਵਿੱਚ ਕੋਈ ਵੀ ਹਕੀਕਤ ਹੈ। ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ ਸੀ। ਮੇਰੇ ਦਿਲ ਵਿੱਚ ਵਾਰ-ਵਾਰ ਵਿਚਾਰ ਆ ਰਹੇ ਸੀ। ਮੈਂ ਕੁਝ ਸੋਚਣਾ ਬੰਦ ਕਰ ਦਿੱਤਾ ਤੇ ਚੁੱਪਚਾਪ ਆਪਣੇ ਬਿਸਤਰੇ ਤੇ ਸੌਂ ਗਿਆ, ਇਹ ਸੋਚੇ ਬਿਨਾਂ ਹੀ ਕਿ ਮੈਂ ਤਾਂ ਬਾਹਰ ਤੋਂ ਖਾਣਾ ਖਾ ਆਇਆ ਹਾਂ ਪਰ ਮੇਰੀ ਮਾਂ ਹਜੇ ਵੀ ਭੁੱਖੀ ਹੈ। 2 ਦਿਨ ਇਸੇ ਤਰ੍ਹਾਂ ਹੀ ਲੰਘ ਗਏ। ਅੱਜ ਪਲਵੀ ਨੇ ਪੇਕਿਆਂ ਤੋਂ ਵਾਪਸ ਆਉਣਾ ਸੀ। ਮੈਂ ਖੁਸ਼ ਸੀ ਪਰ ਇਸ ਗੱਲ ਤੋਂ ਅਣਜਾਣ ਕਿ ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੋਣ ਵਾਲਾ ਹੈ। ਮੈਂ ਕੰਮ ਤੋਂ ਅੱਜ ਜਲਦੀ ਛੁੱਟੀ ਲੈ ਕੇ ਘਰ ਆ ਰਿਹਾ ਸੀ। ਹਜੇ ਮੇਰੀ ਗੱਡੀ ਘਰ ਤੋਂ ਕੁਝ ਦੂਰੀ ਤੇ ਹੀ ਸੀ ਤੇ ਮੇਰੀ ਪਤਨੀ ਪਲਵੀ ਕਿਸੇ ਮੁੰਡੇ ਨਾਲ ਗੱਡੀ ਤੋਂ ਉਤਰੀ ਸੀ ਤੇ ਹੁਣ ਉਹ ਦੋਵੇਂ ਘਰ ਦੇ ਅੰਦਰ ਜਾ ਰਹੇ ਸੀ। ਮੇਰਾ ਦਿਮਾਗ ਬਿਲਕੁਲ ਸੁੰਨ ਹੋ ਗਿਆ ਸੀ। ਇਹ ਮੁੰਡਾ ਨਾ ਉਸਦਾ ਭਰਾ ਸੀ ਤੇ ਨਾ ਹੀ ਕੋਈ ਰਿਸ਼ਤੇਦਾਰ। ਮੈਂ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ ਤੇ ਚੁੱਪਚਾਪ ਘਰ ਦੇ ਅੱਧੇ ਖੁੱਲੇ ਦਰਵਾਜ਼ੇ ਨਾਲ ਅੰਦਰ ਵੇਖਿਆ। ਮੇਰੀ ਮਾਂ ਕਿਸੇ ਨਾਲ ਗੱਲ ਕਰ ਰਹੀ ਸੀ। ਉਹ ਵਿਅਕਤੀ ਪੂਰੀ ਤਰ੍ਹਾਂ ਮੇਰੀ ਆਵਾਜ਼ ਵਿੱਚ ਉਸ ਨਾਲ ਗੱਲ ਕਰ ਰਿਹਾ ਸੀ। ਮੈਂ ਚੁੱਪਚਾਪ ਉੱਥੇ ਖੜਾ ਸਭ ਕੁਝ ਸੁਣ ਰਿਹਾ ਸੀ। ਮੇਰੀ ਮਾਂ ਉਸ ਕੋਲੋਂ ਪਾਣੀ ਮੰਗ ਰਹੀ ਸੀ। ਉਹ ਜਿਵੇਂ ਬੇਹੋਸ਼ੀ ਦੀ ਹਾਲਤ ਵਿੱਚ ਹੋਵੇ। ਉਦੋਂ ਹੀ ਪਲਵੀ ਨੇ ਪਾਣੀ ਨਾਲ ਭਰਿਆ ਗਲਾਸ ਸਿੱਧਾ ਮੇਰੀ ਮਾਂ ਦੀਆਂ ਅੱਖਾਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਸੀ ਤੇ ਫਿਰ ਹੱਸਦਿਆਂ ਹੋਇਆਂ ਕਿਹਾ, ਪਤਾ ਨਹੀਂ ਕਬਾਬ ਦੀ ਇਹ ਹੱਡੀ ਕਦੋਂ ਮਰੇਗੀ। ਸ਼ੁਕਰ ਹੈ ਕਿ ਇਹ ਅੰਨੀ ਹੈ, ਨਹੀਂ ਤਾਂ ਇਸਨੇ ਮੇਰਾ ਭੇਤ ਬਹੁਤ ਪਹਿਲਾਂ ਦੱਸ ਦੇਣਾ ਸੀ। ਮੇਰੀ ਪਤਨੀ ਦੀ ਗੱਲ ਸੁਣ ਕੇ ਉਹ ਬੰਦਾ ਹੱਸ ਪਿਆ। ਮੇਰਾ ਦਿਲ ਤਾਂ ਜਿਵੇਂ ਧੜਕਣਾ ਹੀ ਭੁੱਲ ਗਿਆ ਹੋਵੇ।
ਮੇਰੀ ਪਤਨੀ ਉਸ ਅਜਨਬੀ ਦਾ ਹੱਥ ਫੜ ਕੇ ਮੁਸਕਰਾ ਰਹੀ ਸੀ। ਮੇਰੇ ਮਨ ਵਿੱਚ ਤੂਫਾਨ ਚੱਲ ਰਹੇ ਸੀ। ਮੇਰੀ ਪਤਨੀ ਮੈਨੂੰ ਇੰਨਾ ਵੱਡਾ ਧੋਖਾ ਕਿਵੇਂ ਦੇ ਸਕਦੀ ਹੈ? ਮੈਂ ਇਸ ਬਾਰੇ ਕਦੇ ਨਹੀਂ ਸੋਚਿਆ ਸੀ। ਮੈਂ ਝੱਟ ਅੱਗੇ ਵਧਿਆ। ਘਰ ਦੇ ਅੰਦਰ ਜਾ ਕੇ ਉਸ ਵਿਅਕਤੀ ਨੂੰ ਕਾਲਰ ਤੋਂ ਫੜ ਕੇ ਮਾਰਨਾ ਸ਼ੁਰੂ ਕਰ ਦਿੱਤਾ। ਪਲਵੀ ਮੈਨੂੰ ਉੱਥੇ ਦੇਖ ਕੇ ਡਰ ਗਈ ਤੇ ਪਿੱਛੇ ਹਟ ਗਈ, ਜਦੋਂ ਕਿ ਮੇਰੀ ਮਾਂ ਬੇਹੋਸ਼ੀ ਦੀ ਹਾਲਤ ਵਿੱਚ ਰੋਲਾ ਸੁਣ ਕੇ ਰੋਣ ਲੱਗੀ। ਮੈਂ ਉਸ ਆਦਮੀ ਨੂੰ ਚਪੇੜਾ ਮਾਰੀਆਂ ਤੇ ਉਸ ਨੂੰ ਉੱਥੇ ਹੀ ਸੁੱਟ ਦਿੱਤਾ ਤੇ ਫਿਰ ਪਲਵੀ ਵੱਲ ਚਲਾ ਗਿਆ, ਜੋ ਇੱਕ ਕੋਨੇ ਵਿੱਚ ਡਰੀ ਹੋਈ ਖੜੀ ਸੀ। ਮੇਰੀਆਂ ਅੱਖਾਂ ਉਦਾਸੀ ਤੇ ਗੁੱਸੇ ਦੇ ਹੰਝੂਆਂ ਨਾਲ ਭਰ ਗਈਆਂ ਸੀ। ਮੇਰੇ ਨਾਲ ਉੱਥੇ ਧੋਖਾ ਹੋਇਆ ਜਿੱਥੋਂ ਮੈਨੂੰ ਉਮੀਦ ਨਹੀਂ ਸੀ। ਉਹ ਡਰ ਕੇ ਮੇਰੇ ਪੈਰੀ ਪੈ ਗਈ ਤੇ ਮਾਫੀ ਮੰਗਣ ਲੱਗ ਪਈ। ਉਹ ਰੋਂਦੀ ਹੋਈ ਬੋਲੀ, ਮੈਨੂੰ ਮਾਫ ਕਰ ਦਿਓ, ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ। ਇਹ ਮੁੰਡਾ ਮੈਨੂੰ ਫਸਾ ਰਿਹਾ ਹੈ। ਮੈਂ ਸਿਰਫ ਤੇਰੇ ਨਾਲ ਪਿਆਰ ਕਰਦੀ ਹਾਂ। ਉਸ ਦੀਆਂ ਅਜੇ ਵੀ ਅਜਿਹੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਿ ਮੁੰਡੇ ਨੇ ਝਟਕਿਆ। ਉਹ ਝੂਠ ਗਏ, ਨਾ ਤਾਂ ਆਪਣੇ ਪਤੀ ਦੀ ਵਫਾਦਾਰ ਹੈ ਤੇ ਨਾ ਹੀ ਮੇਰੇ ਪਿਆਰ ਦਾ ਲਿਹਾਜ਼ ਕੀਤਾ ਹੈ। ਤੂੰ ਇਹ ਕਿਉਂ ਨਹੀਂ ਦੱਸਦੀ ਹੈ ਕਿ ਤੂੰ ਮੈਨੂੰ ਵਿਆਹ ਤੋਂ ਪਹਿਲਾਂ ਹੀ ਪਸੰਦ ਕਰਦੀ ਸੀ ਤੇ ਮੈਂ ਤੈਨੂੰ ਰੋਜ਼ ਮਿਲਣ ਆਉਂਦਾ ਸੀ? ਇੰਨੀ ਆਸਾਨੀ ਨਾਲ ਸਾਰਾ ਚਿੱਕੜ ਮੇਰੇ ਉੱਤੇ ਸੁੱਟ ਕੇ ਖੁਦ ਇੱਕ ਪਾਸੇ ਹੋ ਰਹੀ ਹੈ। ਉਸ ਮੁੰਡੇ ਦੀਆਂ ਜੇ ਮੈਂ ਹੋਰ ਗੱਲਾਂ ਸੁਣਦਾ ਤਾਂ ਸ਼ਾਇਦ ਮੇਰਾ ਦਿਲ ਫਟ ਜਾਣਾ ਸੀ। ਇਸ ਤੋਂ ਪਹਿਲਾਂ ਕਿ ਮੈਂ ਦੁਬਾਰਾ ਉਸ ਵੱਲ ਵਧਦਾ, ਉਹ ਆਪਣੇ ਆਪ ਨੂੰ ਛੁਡਾ ਕੇ ਭੱਜ ਨਿਕਲਿਆ ਸੀ। ਡਰ ਨਾਲ ਪੀਲਾ ਚਿਹਰਾ ਲੈ ਕੇ ਪਲਵੀ ਮੈਨੂੰ ਵੇਖ ਕੇ ਰੋ ਰਹੀ ਸੀ। ਮੈਨੂੰ ਇੱਕ ਪਲ ਵਿੱਚ ਉਸ ਨਾਲ ਘਿਰਨਾ ਮਹਿਸੂਸ ਹੋਣ ਲੱਗੀ ਸੀ। ਮੈਂ ਨਾ ਚਾਹੁੰਦੇ ਹੋਏ ਵੀ ਹੰਝੂ ਨਹੀਂ ਰੋਕ ਸਕਿਆ। ਉਹ ਕਦੇ ਮੇਰੀ ਮਾਂ ਦੇ ਪੈਰੀ ਪੈ ਰਹੀ ਸੀ ਤੇ ਕਦੇ ਮੇਰੇ ਪੈਰਾਂ ਵਿੱਚ ਡਿੱਗ ਕੇ ਤਰਲੇ ਕਰ ਰਹੀ ਸੀ। ਇਸ ਦੀ ਵਜ੍ਹਾ ਕਰਕੇ ਮੈਂ ਆਪਣੀ ਮਾਂ ਤੇ ਸ਼ੱਕ ਕੀਤਾ ਸੀ। ਮੈਂ ਕੰਬਦੇ ਬੁੱਲਾਂ ਨਾਲ ਉਸ ਨੂੰ ਬਸ ਇਹੀ ਕਿਹਾ, ਤੂੰ ਹੁਣ ਇਸ ਲਾਇਕ ਵੀ ਨਹੀਂ ਰਹੀ ਕਿ ਮੈਂ ਤੈਨੂੰ ਚਪੇੜ ਮਾਰ ਕੇ ਆਪਣਾ ਹੱਥ ਗੰਦਾ ਕਰਾਂ। ਤੁਸੀਂ ਮੇਰੇ ਨਾਲ ਬੇਵਫਾਈ ਕੀਤੀ ਹੈ, ਮੇਰੀ ਮਾਂ ਨੂੰ ਤਸੀਹੇ ਦਿੱਤੇ ਹਨ ਤੇ ਮੈਨੂੰ ਉਸ ਦੇ ਵਿਰੁੱਧ ਕੀਤਾ ਹੈ। ਮੈਂ ਉਸੇ ਸਮੇਂ ਆਪਣੀ ਪਤਨੀ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਰੋਂਦਾ ਹੋਇਆ ਵਾਪਸ ਆਇਆ ਤੇ ਆਪਣੀ ਮਾਂ ਨੂੰ ਪਾਣੀ ਪਿਲਾਇਆ ਤੇ ਫਿਰ ਉਸ ਦੇ ਪੈਰੀ ਡਿੱਗ ਕੇ ਬਹੁਤ ਦੇਰ ਤੱਕ ਰੋਂਦਾ ਰਿਹਾ ਸੀ। ਮੈਂ ਮਾਂ ਦੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ ਸੀ, ਜਦੋਂ ਕਿ ਉਹ ਹਰ ਵਾਰ ਮੈਨੂੰ ਸੱਚ ਦੱਸ ਰਹੀ ਸੀ। ਮਾਂ ਨੇ ਮੈਨੂੰ ਆਪਣੇ ਕੋਲ ਬਿਠਾਇਆ ਤੇ ਮੇਰੇ ਹੰਝੂ ਪੂੰਝਦੇ ਹੋਏ ਬੋਲੀ, ਬੇਟਾ, ਮੈਂ ਤਾਂ ਤੇਰਾ ਘਰ ਬਚਾਉਣ ਲਈ ਕਿੰਨੇ ਦਿਨ ਤੱਕ ਚੁੱਪ ਰਹੀ ਸੀ। ਤੇਰੀ ਪਤਨੀ ਨਾ ਤਾਂ ਮੈਨੂੰ ਸਮੇਂ ਤੇ ਖਾਣਾ ਦਿੰਦੀ ਸੀ ਤੇ ਨਾ ਹੀ ਦਵਾਈ। ਪਤਾ ਨਹੀਂ ਉਹ ਕਿਹੜੀ ਗੋਲੀ ਮੈਨੂੰ ਜ਼ਬਰਦਸਤੀ ਖਵਾਉਂਦੀ ਸੀ, ਜਿਸ ਤੋਂ ਬਾਅਦ ਮੈਨੂੰ ਲੱਗਦਾ ਮੇਰਾ ਸਿਰ ਚਕਰਾ ਰਿਹਾ ਹੈ ਤੇ ਮੈਂ ਪੁੱਠੀਆਂ ਸਿੱਧੀਆਂ ਗੱਲਾਂ ਕਰਨ ਲੱਗਦੀ ਸੀ, ਪਰ ਉਹ ਗੱਲਾਂ ਹੁੰਦੀਆਂ ਸੱਚ ਸੀ। ਮਾਂ ਨੇ ਮੈਨੂੰ ਆਖਿਆ ਕਿ ਪਲਵੀ ਮੈਨੂੰ ਸਾਰਾ ਦਿਨ ਭੁੱਖਾ ਰੱਖਦੀ ਸੀ, ਪਰ ਹਾਂ, ਤੇਰੇ ਆਉਣ ਤੋਂ ਪਹਿਲਾਂ ਮੇਰੇ ਸਾਹਮਣੇ ਖਾਣਾ ਜ਼ਰੂਰ ਰੱਖ ਦਿੰਦੀ ਸੀ ਕਿ ਤੈਨੂੰ ਸ਼ੱਕ ਨਾ ਹੋਵੇ। ਉਹ ਵਿਅਕਤੀ ਆਵਾਜ਼ ਕੱਢਣ ਵਿੱਚ ਮਾਹਿਰ ਸੀ, ਇਸ ਲਈ ਮੇਰੀ ਆਵਾਜ਼ ਮੇਰੀ ਮਾਂ ਦੇ ਸਾਹਮਣੇ ਕੱਢ ਕੇ ਉਸ ਨਾਲ ਗੱਲਾਂ ਕਰਦਾ ਸੀ। ਮੇਰੀ ਪਤਨੀ ਨਾਲ ਉਸਦੇ ਹਰ ਤਰ੍ਹਾਂ ਦੇ ਸਬੰਧ ਸੀ। ਮੇਰੀ ਮਾਂ ਨੂੰ ਨੀਂਦ ਦੀ ਦਵਾਈ ਮੇਰੀ ਪਤਨੀ ਜ਼ਬਰਦਸਤੀ ਖਵਾਉਂਦੀ ਸੀ। ਮੇਰੀ ਮਾਂ ਦਾ ਹੱਥ ਵੀ ਉਸਨੇ ਸਾੜਿਆ ਸੀ। ਮੇਰੀ ਮਾਂ ਰੋ ਰੋ ਕੇ ਹਰ ਗੱਲ ਮੈਨੂੰ ਦੱਸ ਰਹੀ ਸੀ। ਫਿਰ ਕਹਿਣ ਲੱਗੀ, ਬੇਟਾ, ਮੈਨੂੰ ਤਕਲੀਫ ਉਸਦੇ ਰਵੱਈਏ ਤੋਂ ਨਹੀਂ ਸੀ, ਤੇਰੀਆਂ ਗੱਲਾਂ ਤੋਂ ਹੁੰਦੀ ਸੀ। ਉਹ ਤਾਂ ਪਰਾਈ ਸੀ, ਪਰ ਤੂੰ ਤਾਂ ਮੇਰਾ ਬੇਟਾ ਸੀ। ਮੇਰਾ ਦਿਲ ਬਹੁਤ ਦੁਖਦਾ ਸੀ। ਮਾਂ ਦੇ ਸਹਿਜ ਹੀ ਕਹਿ ਗਏ ਬੋਲ ਮੇਰਾ ਸਰੀਰ ਝੰਜੋੜ ਰਹੇ ਸੀ। ਮੈਂ ਉੱਚੀ ਉੱਚੀ ਰੋਣ ਲੱਗ ਪਿਆ ਤੇ ਮਾਂ ਤੋਂ ਮਾਫੀ ਮੰਗਣ ਲੱਗਾ। ਉਹਨਾਂ ਨੇ ਮੈਨੂੰ ਆਪਣੇ ਗਲ ਨਾਲ ਲਾ ਲਿਆ ਸੀ। ਕੁਝ ਦਿਨਾਂ ਬਾਅਦ ਹੀ ਮੈਂ ਪਲਵੀ ਤੋਂ ਤਲਾਕ ਲੈ ਕੇ ਉਸ ਨਾਲ ਹਰ ਰਿਸ਼ਤਾ ਖਤਮ ਕਰ ਦਿੱਤਾ ਤੇ ਆਪਣੀ ਮਾਂ ਦੀ ਦੇਖਭਾਲ ਲਈ ਇੱਕ ਨਰਸ ਵੀ ਰੱਖ ਲਈ ਸੀ। ਪਲਵੀ ਤੋਂ ਵੱਖ ਹੋਏ ਮੈਨੂੰ ਕਈ ਸਾਲ ਹੋ ਗਏ ਹਨ। ਮਾਂ ਦਾ ਕਹਿਣਾ ਹੈ ਕਿ ਮੈਂ ਵਿਆਹ ਕਰ ਲਵਾਂ, ਪਰ ਮੇਰਾ ਦਿਲ ਨਹੀਂ ਮੰਨ ਰਿਹਾ ਹੈ। ਮੈਂ ਨਹੀਂ ਚਾਹੁੰਦਾ ਕਿ ਇੱਕ ਵਾਰ ਫਿਰ ਮੇਰੀ ਮਾਂ ਤੇ ਮੇਰੇ ਨਾਲ ਉਹੀ ਹੋਵੇ ਜੋ ਪਹਿਲਾਂ ਹੋਇਆ ਸੀ। ਇੱਕ ਵਾਰ ਜਦੋਂ ਭਰੋਸਾ ਖਤਮ ਹੋ ਜਾਂਦਾ ਹੈ ਤਾਂ ਉਹ ਸਿਰਫ ਇੱਕ ਵਿਅਕਤੀ ਨਾਲ ਨਹੀਂ, ਬਲਕਿ ਸਾਰੀ ਦੁਨੀਆ ਦੇ ਵਿੱਚ ਮੌਜੂਦ ਸਾਰੇ ਲੋਕਾਂ ਨਾਲ ਹੋ ਜਾਂਦਾ ਹੈ। ਮੇਰਾ ਹੁਣ ਔਰਤ ਜਾਤ ਉੱਤੋਂ ਯਕੀਨ ਹੀ ਉੱਠ ਚੁੱਕਾ ਸੀ, ਚਾਹੇ ਹਰ ਔਰਤ ਇੱਕੋ ਵਰਗੀ ਨਹੀਂ ਹੁੰਦੀ ਹੈ। ਦੋਸਤੋ, ਕਹਾਣੀ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਰਨਾ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।